ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗਿਓ, ਭਾਈ ਨੰਦ ਲਾਲ ਜੀ ਦਾ ਇੱਕ ਸ਼ੇਰ ਆਪ ਜੀ ਦੀ ਨਜ਼ਰ ਕਰਨ ਲੱਗਾ। ਬਦਸਤਸ਼ ਫਰੋਜ਼ਾ ਦੋ ਗੌਰ ਚੂੰ ਮਿਹਰ, ਬਦਸਤਸ਼ ਫਰੋਜ਼ਾ ਦੋ ਗੌਹਰ ਚੂੰ ਮਿਹਰ, ਯਕੇ ਜਾਏ ਫਜਲੋ ਦਿਗਰ ਜਾਏ ਕਹਿਰ। ਇਹਦਾ ਭਾਵ ਇਹ ਹੈ ਬਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੱਥਾਂ ਦੇ ਵਿੱਚ, ਦਸਤਾਂ ਵਿੱਚ ਦੋ ਸੂਰਜ ਦੀ ਚਮਕ ਵਰਗੇ ਮੋਤੀ ਹੈ, ਜਿਹਦੇ ਨਾਲ ਉਹ ਇੱਕ ਹੱਥ ਦੇ ਵਿੱਚ ਤਾਂ ਫਜ਼ਾਲ ਯਾਨੀ ਕਿਰਪਾ ਵਰਸਾਉਂਦੇ, ਯਕੇ ਜਾਏ ਫਜਲੋ ਦਿਗਰ ਜਾਏ ਕਹਿਰ, ਦੂਜੇ ਹੱਥ ਦੇ ਵਿੱਚ ਕਹਿਰ ਹੈ ਉਹਨਾਂ ਦੇ, ਕਿਰਪਾਨ ਪਕੜੀ ਹੋਈ ਹੈ ਯਾਨੀ ਯੁੱਧ ਦਾ ਸਮਾਨ ਹੈ। ਜਿਹੜਾ ਫਜ਼ਲ ਕਰਨਾ ਹੈ, ਕਿਸੇ ਦੇ ਉੱਤੇ ਬੈਨੀਫੀਸ਼ੈਂਸ ਕਰਨੀ ਹੈ ਜਾਂ ਕਿਸੇ ਨੂੰ ਬਖਸ਼ਣਾ ਹੈ, ਉਹ ਵੀ ਉਹਨਾਂ ਦੇ ਇੱਕ ਹੱਥ 'ਚ ਹੈ, ਅਤੇ ਦੂਜੇ ਹੱਥ ਜਿਹੜੇ ਦੁਸ਼ਮਣ ਹੈ ਜਾਂ ਜਿਹੜੇ ਨਾਸਤਕ ਹੈ ਜਾਂ ਧਰਮ ਦੇ ਬੰਦਿਆਂ ਦਾ ਨੂੰ ਵਿਘਨ ਪਾਉਣ ਵਾਲੇ ਹੈ, ਉਹਨਾਂ ਵਾਸਤੇ ਉਹ ਕਹਿਰ ਬਣ ਕੇ ਟੁੱਟਦੇ। ਤੋ ਜਿਹੜੀ ਸ੍ਰੀ ਸਾਹਿਬ ਹੈ ਇਹ ਉਹਨਾਂ ਵਾਸਤੇ ਕਹਿਰ ਹੈ, ਅਤੇ ਮਜ਼ਲੂਮਾਂ ਜਿਹਦੀ ਉਹ ਰੱਖਿਆ ਕਰਦੀ ਉਹਨਾਂ ਵਾਸਤੇ ਫਜ਼ਲ ਹੈ। ਸਾਧ ਸੰਗਤ ਜੀਓ, ਕਾਫੀ ਸਾਰਾ ਜਿਹੜਾ ਇੱਕ ਤਬਕਾ ਸਿਰਫ ਸੰਤ ਮੱਤ ਨੂੰ ਮੰਨਦਾ ਹੈ, ਪੰਜਾਬ ਦੇ ਵਿੱਚ ਵੀ ਹੈ ਸੀ ਡੇਰੇਦਾਰੀ, ਉਹ ਸ਼ਸਤਰਾਂ ਤੋਂ ਬੜੀ ਨਫ਼ਰਤ ਮੰਨਦੇ। ਸਿੱਖਾਂ ਵਿੱਚ ਵੀ ਹੈ ਐਸੇ ਲੋਕ, ਜਦ ਕਿ ਜਿਹੜੀ ਤਲਵਾਰ ਦੀ ਵਰਤੋਂ ਹੈ ਇਹ ਕੇਵਲ ਸਿੱਖਾਂ 'ਚ ਹੀ ਨਹੀਂ ਹੈ, ਬਾਈਬਲ ਵਿੱਚ ਵੀ ਇਹਦਾ ਜ਼ਿਕਰ ਹੈ। ਕ੍ਰਿਸਚੈਨਿਟੀ ਵਿੱਚ ਇਹਨੂੰ ਡਿਵਾਈਨ ਸੋਰਡ ਆਫ ਗੋਡ ਕਹਿੰਦੇ ਆ, ਡਿਵਾਈਨ ਸੋਰਡ ਆਫ ਗੋਡ। ਔਰ ਕੁਰਾਨ ਦੇ ਵਿੱਚ ਵੀ ਇਹਦਾ ਜ਼ਿਕਰ ਹੈ, ਇਹਨੂੰ ਕਹਿੰਦੇ ਆ ਸੈਫ ਆਫ ਅੱਲਾ, ਅੱਲਾ ਦੀ ਸੈਫ, ਸੈਫ ਮੀਨਸ ਕਿਰਪਾਨ। ਤਾਂ ਮੁਹੰਮਦ ਸਾਹਿਬ ਨੇ ਵੀ ਲੜਾਈਆਂ ਕਰੀਆਂ ਮੂਰਤੀ ਪੂਜਾ ਨੂੰ ਹਟਾਉਣ ਖਾਤਰ, ਅਰਬਾਂ 'ਚੋਂ ਬਹੁਤ ਜਹਾਦ ਕਰੇ, ਆਪਣੇ ਦੋਹਤਿਆਂ ਤੱਕ ਦੀ ਜਿਹੜੇ ਨਾਬਾਲਗ ਸੀ ਉਹਨਾਂ ਦੀਆਂ ਸ਼ਹੀਦੀਆਂ ਵੀ ਦੇਣੀਆਂ ਪਈਆਂ। ਇਹ ਚੀਜ਼ ਦੇਖੋ, ਹੁਣ ਜਿੰਨਾ ਕਿਸੇ ਦਾ ਅਸਲ 'ਚ ਗਿਆਨ ਹੈ ਉਹ ਉਨਾ ਹੀ ਵਰਤਦਾ ਹੈ। ਬਾਬਾ ਫਰੀਦ ਜੀ ਦੀ ਤੁਕ ਨੂੰ ਕੋਟ ਕਰ ਦਿੰਦੇ ਗੁਰਬਾਣੀ 'ਚੋਂ, ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿਨਾ ਨਾ ਮਾਰੇ ਘੁੰਮ। ਇਹ ਆਪਣੀ ਜਗ੍ਹਾ ਠੀਕ ਹੈ, ਇਹ ਵੀ ਸੱਚ ਹੈ, ਵਿਵਹਾਰਕ ਸੱਚ ਹੈ। ਜਿੱਥੇ ਤੱਕ ਸਰਦਾ ਸਾਰ ਲਓ, ਸਰ ਵੀ ਜਾਂਦਾ ਕਈ ਵਾਰੀ ਨੀਵੇਂ ਹੋਣ ਨਾਲ। ਲੇਕਿਨ ਅਗਰ ਦੁਸ਼ਮਣ ਬਜਿੱਦ ਹੋਵੇ, ਜ਼ਾਲਮ ਬਜਿੱਦ ਹੋਵੇ, ਸਿਤਮਗਰ ਬਜਿੱਦ ਹੋਵੇ, ਫਿਰ ਨਹੀਂ ਸਰਦਾ ਨੀਵਾਂ ਹੋ ਕੇ, ਫਿਰ ਤਾਂ ਖੰਡੇ ਨੂੰ ਹੱਥ ਲਿਜਾਣਾ ਪੈਂਦਾ। ਚੂੰ ਕਾਰਜ ਹਮਾ ਹੀਲਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਫਿਰ ਬਾਲਾਚਾਰਗੀ ਸ੍ਰੀ ਸਾਹਿਬ ਨੂੰ ਹੱਥ ਜਾਂਦਾ ਹੀ ਜਾਂਦਾ ਹੈ। ਤੋ 10ਵੇਂ ਪਾਤਸ਼ਾਹ, 6ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ ਦੀ ਪਹਿਲੀ ਉਮਰ ਇਹ ਸਾਰੀ ਫਿਰ ਜੰਗਾਂ ਯੁੱਧਾਂ 'ਚ ਇਸੇ ਕਰਕੇ ਗੁਜ਼ਰੀ ਹੈ। ਇਹ ਡਿਵਿਨਟੀ ਦਾ ਦੂਜਾ ਪੱਖ ਹੈ। ਇੱਕ ਪੱਖ ਹੈ ਬਾਣੀ, ਜਿਹੜੀ ਸ਼ਾਂਤ ਰਸ ਵਿੱਚ ਹੈ, ਜਿਹੜੀ ਕਿਰਪਾ ਵਰਸਾਉਂਦੀ ਹੈ, ਸਿੱਖ ਬਣਾਉਂਦੀ ਹੈ, ਅਤੇ ਦੂਜੇ ਪਾਸੇ ਸ੍ਰੀ ਸਾਹਿਬ ਜਾਂ ਸ਼ਸਤਰ ਹੈ, ਖੰਡਾ ਹੈ, ਜਿਹੜੇ ਸਿੰਘ ਬਣਾਉਂਦੇ। ਗੁਰਬਾਣੀ ਦੇ ਮਤਹਿਤ ਖੰਡਾ ਜਾਂ ਸ੍ਰੀ ਸਾਹਿਬ ਸਿੰਘ ਬਣਾਉਂਦਾ ਹੈ। ਜਦੋਂ ਤੀਰ, ਤੇਗ, ਤਵਰ, ਸੈਥੀ, ਇਹ ਸਾਰੇ ਸ਼ਸਤਰ ਹੈ, ਤੀਰ ਕਮਾਨ ਵਗੈਰਾ, ਇਹ ਵੀ ਇਹਨਾਂ ਦੀ ਵੀ ਲੋੜ ਪੈਂਦੀ ਹੈ। ਇਹਨਾਂ ਤੋਂ ਬਿਨਾਂ ਭਗਤੀ ਨਹੀਂ ਹੋ ਕਰਨ ਦਿੰਦੇ ਜਿਹੜੇ ਜ਼ਾਲਮ ਲੋਕ ਹੈ। ਔਰੰਗਜ਼ੇਬ ਕਿਆ ਕਰਿਆ ਸੀ, ਤਾਂ ਕਰਨਾ ਪੈਂਦਾ ਹੈ। ਇਹ ਦੋਨੋਂ ਪੱਖ ਹੈ ਡਿਵਿਨਟੀ ਦੇ, ਸ਼ਾਂਤੀ ਵਾਲਾ ਵੀ ਅਤੇ ਕਹਿਰ ਵਰਤਾਉਣੇ ਵਾਲਾ ਵੀ। 10ਵੇਂ ਪਾਤਸ਼ਾਹ ਇਹਦੀ ਬਿਲਕੁਲ ਸਹੀ ਤਸਵੀਰ ਹੈ। ਦੁਨੀਆ ਦੇ ਇਤਿਹਾਸ ਦੇ ਵਿੱਚ ਐਸਾ ਕੋਈ ਵੀ ਮਹਾਂਪੁਰਸ਼ ਨਹੀਂ ਹੋਇਆ ਜਿਹਨੇ ਇਸ ਤਰ੍ਹਾਂ ਕਰਿਆ ਹੋਵੇ। ਕਿਸੇ ਨੇ ਇੱਕ ਪੱਖ ਲਿਆ, ਗੁਰੂ ਸਾਹਿਬ ਨੇ ਦੋਨੋਂ ਪੱਖ ਲਏ। ਭਗਤੀ 'ਚ ਵੀ ਪੂਰੇ ਜਾਪ ਸਾਹਿਬ ਦੀ ਰਚਨਾ, ਸਾਰਾ ਦਿਨ ਤੂੰ ਹੀ ਕਰਨ ਵਿੱਚ ਲੰਘਦਾ ਹੈ, ਅਤੇ ਨਾਲ ਦੀ ਨਾਲ ਜੰਗ ਯੁੱਧਾਂ ਵਿੱਚ ਤਿਆਰੀ ਵੀ ਕਰਦੇ ਹਾਂ। ਇਹ ਚੀਜ਼ ਕੋਈ ਸੌਖੀ ਨਹੀਂ ਹੈ, ਲੇਕਿਨ ਇਹ ਖਾਲਸੇ ਦਾ ਬਿਰਧ ਵੀ ਹੈ। ਖਾਲਸੇ ਨੂੰ ਇਸ ਗੱਲ ਦਾ ਉਹਨਾਂ ਨੇ ਵਿਰਸਾ ਦਿੱਤਾ ਹੈ,
ਵੀ ਤੁਸੀਂ ਨਾਮ ਵੀ ਜਪਣਾ ਹੈ, ਸਿੱਖ ਵੀ ਬਣਨਾ ਅੰਦਰੋਂ, ਪਲੱਸ ਸਿੰਘ ਵੀ ਬਣਨਾ। ਜਿਹੜੇ ਕਈ ਲੋਕ ਕਹਿੰਦੇ ਆ ਵੀ ਸ਼ਸਤਰਾਂ ਦੀ ਲੋੜ ਨਹੀਂ ਹੈ ਜੀ, ਸਹਿਜਧਾਰੀ ਹੋ ਹੈ ਰਹਿਣਾ ਅਸੀਂ ਤਾਂ, ਕੇਸ ਵੀ ਪੂਰੇ ਨਹੀਂ ਰੱਖਣੇ। ਠੀਕ ਹੈ, ਉਹ ਵੀ ਕਿਸੇ ਹੱਦ ਤੱਕ ਵੀ ਉਹ ਸਿੱਖ ਹੈਗੇ ਹੈ, ਬਾਣੀ ਦੇ ਸਿੱਖ ਹੈ, ਲੇਕਿਨ ਉਹ ਸੰਪੂਰਨਤਾ ਨਹੀਂ ਹੈ। ਸੰਪੂਰਨਤਾ ਤਾਂ ਖਾਲਸੇ ਦੇ ਨਾਲ ਹੀ ਬਣੀ ਹੈ। ਸਿੱਖ ਬਣੇ ਹੈ 9ਵੇਂ ਪਾਤਸ਼ਾਹ ਤੱਕ ਜਾਂ ਪਹਿਲਾਂ 5ਵੇਂ ਤੱਕ, ਫਿਰ 6ਵੇਂ ਨੇ ਸ਼ਸਤਰ ਚੁਕਾਏ, 10ਵੇਂ ਨੇ ਫਿਰ ਉਹਨੂੰ ਪੂਰੀ ਪੂਰਨਤਾ ਬਖਸ਼ ਦਿੱਤੀ, ਹਥਿਆਰਬੰਦ ਕਰ ਦਿੱਤਾ। ਸ੍ਰੀ ਸਾਹਿਬ ਉਸੇ ਦਾ ਚਿੰਨ੍ਹ ਹੈ। ਸੋ ਫਿਰ ਮਤ ਆਪਣੇ ਆਪਣੇ, ਜਿੰਨਾ ਕਿਸੇ ਨੂੰ ਗਿਆਨ ਹੈ ਉਨਾ ਉਹ ਕਹਿ ਦਿੰਦਾ। ਜਿਹਨੇ ਇੰਨਾ ਹੀ ਪੜ੍ਹਿਆ ਵਾ ਹੈ ਵੀ ਉਹ ਸਹਿਜਧਾਰੀ ਹੈ ਜਾਂ ਸਿੱਖੀ ਵਿੱਚ ਹੈ, ਕੇਵਲ ਸਿੰਘ ਨਹੀਂ ਹੈ, ਉਹ ਤਾਂ ਇਹੀ ਕਹੇਗਾ ਵੀ ਦੇਖੋ ਜੀ ਗੁਰਬਾਣੀ ਕਹਿੰਦੀ ਹੈ ਵੀ ਜੋ ਤੈ ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿਨਾਂ ਨਾ ਮਾਰੇ ਘੁੰਮ, ਆਪ ਨੇੜੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ। ਬਸ ਨੀਵੇਂ ਹੋ ਜਾਓ। ਨਹੀਂ, ਇਹ ਆਪਣੀ ਜਗ੍ਹਾ ਇਹ ਠੀਕ ਹੈ, ਵਿਵਹਾਰਕ ਸੱਚ ਹੈ, ਲੇਕਿਨ ਪਰਮਾਰਥਕ ਸੱਚ ਨਹੀਂ ਹੈ। ਪਰਮਾਰਥਕ ਸੱਚ ਵਿੱਚ ਤਾਂ ਫਿਰ ਜੇ ਨਹੀਂ ਹਟਦਾ ਜ਼ਾਲਮ, 5ਵੇਂ ਪਾਤਸ਼ਾਹ ਦੀ ਸ਼ਹੀਦੀ ਵੀ ਹੋ ਗਈ ਇੱਕ ਜਾਮੇ 'ਚ, ਫਿਰ 6ਵੇਂ ਨੂੰ ਹਥਿਆਰ ਚੱਕਣੇ ਪਏ, ਮਜਬੂਰੀ ਬਸ। 5ਵੇਂ ਪਾਤਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਜਾਂ ਸ੍ਰੀ ਦਰਬਾਰ ਸਾਹਿਬ ਦੀ ਰਚਨਾ ਕਰੀ, ਲੇਕਿਨ 6ਵੇਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਵੀ ਰਚਨਾ ਕਰੀ। ਇਹ ਵੀ ਤਾਂ ਸਾਡੇ ਸਾਹਮਣੇ ਹੈ ਗੱਲ। ਜੇ ਇੱਕ ਚੀਜ਼ ਨਾਲ ਸਰਦਾ ਹੁੰਦਾ ਤਾਂ ਫਿਰ ਤਾਂ ਦੂਜੇ ਦੀ ਲੋੜ ਹੀ ਨਹੀਂ ਸੀ ਪੈਣੀ, ਹਥਿਆਰਾਂ ਦੀ ਜਾਂ ਅਕਾਲ ਤਖਤ ਸਾਹਿਬ ਦੀ। ਲੋੜ ਇਸੀ ਕਰਕੇ ਹੈ ਵੀ ਇਹ ਭਗਤੀ ਵੀ ਨਹੀਂ ਕਰਨ ਦਿੰਦੇ। ਜਿਹੜੇ ਜ਼ਾਲਮ ਹੁੰਦੇ ਉਹ ਵੀ ਹੁਕਮ ਵਿੱਚ ਹੈ, ਉੱਧਰ ਵੀ ਅੱਲਾ ਹੁੰਦਾ, ਰੱਬ ਹੁੰਦਾ, ਲੇਕਿਨ ਭਾਣਾ ਆਪਣਾ ਕਰ ਰਹੇ ਹੁੰਦੇ ਉਹ। ਇਸੇ ਕਰਕੇ ਫਿਰ ਹਥਿਆਰ ਚੱਕਣਾ ਪੈਂਦਾ। ਤੋ ਦੇਗ ਤੇਗ ਦੀ ਬਾਤ ਵੀ ਆਉਂਦੀ ਹੈ ਸਿੱਖੀ 'ਚ, ਦੇਗ ਤੇਗ ਫਤਿਹ। ਲੰਗਰ ਨੂੰ ਦੇਗ ਕਹਿੰਦੇ ਹੈ ਅਤੇ ਹਥਿਆਰਾਂ ਨੂੰ ਤੇਗ ਕਹਿੰਦੇ, ਤਲਵਾਰ ਨੂੰ। ਪਰ ਇਹਦੀ ਐਪਲੀਕੇਸ਼ਨ ਬਹੁਤ ਲੰਬੀ ਚੌੜੀ ਹੈ। ਦੁਨੀਆ ਦੇ ਵਿੱਚ ਜਿੰਨਾ ਵੀ ਹੈ ਭੰਡਾਰਾ ਉਹ ਸਭ ਦੇਗ ਹੈ। ਖਾਣ ਪੀਣ ਦਾ ਸਮਾਨ, ਪਹਿਨਣ ਦਾ ਸਮਾਨ, ਰਹਿਣ ਦਾ ਸਮਾਨ, ਔਰ ਜਿੰਨੇ ਵੀ ਮੰਦਰ ਹੈ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਇਹ ਸਭ ਦੇਗ ਹੈ। ਜਾਂ ਤਾਂ ਆਪਾਂ ਦੇਗ ਦੀ ਵਾਈਡਰ ਡੈਫੀਨੇਸ਼ਨ ਕਰਦੇ ਹਾਂ, ਐਕਸਪਲੇਨ ਕਰਦੇ ਹਾਂ। ਅਤੇ ਜਿਹੜੇ ਪਰਮਾਤਮਾ ਦਾ ਨਾਮ ਨੂੰ ਅੱਗੇ ਫੈਲਾ ਰਹੇ ਹੈ, ਉਹਦਾ ਨਾਮ ਜਪਦੇ ਵੀ ਹੈ ਅਤੇ ਜਪਾਉਂਦੇ ਵੀ ਹੈ, ਉਹ ਵੀ ਦੇਗ ਹੈ। ਤਾਂ ਤੇਗ ਦੇ ਵਿੱਚ ਫਿਰ ਸਾਰਾ ਕੁਛ ਹਥਿਆਰਬੰਦ ਸੰਘਰਸ਼ ਆ ਜਾਂਦਾ। ਖਾਲਸਾ ਤੇਗ ਹੈ, ਜੇ ਸਿੱਖ ਦੇਗ ਹੈ ਤਾਂ ਖਾਲਸਾ ਤੇਗ ਹੈ। ਔਰ ਤੇਗ ਫਿਰ ਦੁਸ਼ਮਣਾਂ ਨੂੰ ਸਿੱਧੇ ਕਰਦੀ ਹੈ। ਮੈਦਾਨੇ ਜੰਗ ਦੇ ਵਿੱਚ ਚੰਡੀ ਦੀ ਵਾਰ ਗੁਰੂ ਸਾਹਿਬ ਦਾ ਬਹੁਤ ਵਧੀਆ ਸ਼ਾਹਕਾਰ ਹੈ, ਬਹੁਤ ਵਧੀਆ ਉਹਨਾਂ ਦੀ ਰਚਨਾ ਹੈ। ਕਿਵੇਂ ਦੁਰਗਾ ਨੂੰ ਨਾਇਕ ਬਣਾ ਕੇ ਪੇਸ਼ ਕਰਿਆ, ਲਈ ਭਗਉਤੀ ਦੁਰਗ ਸ਼ਾਹ, ਸ਼ਾਹ ਪੁਲਿੰਗ ਸ਼ਬਦ ਹੈ। ਦੁਰਗਾ ਨੂੰ ਨਾਇਕ ਦੇ ਤੌਰ 'ਤੇ ਪੇਸ਼ ਕਰਿਆ, ਨਾ ਕਿ ਨਾਇਕਾ। ਲੋੜ ਸੀ ਸਮੇਂ ਦੀ। ਔਰਤ ਦੇ ਹੱਥੋਂ ਇੰਨੇ ਦੈਂਤਾਂ ਦਾ ਨਾਸ਼ ਕਰਾਉਣਾ, ਉਖਲੀਆਂ ਵਰਗੀਆਂ ਨਾਸਾਂ ਸੀ ਜਿਹਦੀਆਂ, ਨਿੰਬੂਆਂ ਵਾਂਗ ਨਿਚੋੜੇ ਜਾਣਾ, ਤਾਂ ਕਿ ਸਿੱਖਾਂ ਦੇ ਵਿੱਚ ਜਾਗਰਤੀ ਆਵੇ। ਕੜਾਕੇ ਮੜਾਕੇ ਵਾਲੀ ਬਾਣੀ ਹੈ। ਔਰ ਦੇਵੀ ਦੇ ਹੱਥੋਂ ਇਹ ਕੰਮ ਕਰਵਾਉਣਾ, ਇਹ ਪਰਮਾਤਮਾ ਦੀ ਮਿਹਰ ਹੈ। ਜਿਹੜੇ ਸਾਡਾ ਹਿੰਦੂ ਤਬਕਾ ਹੈ ਜਾਂ ਹਿੰਦੁਸਤਾਨੀ ਸਭਿਅਤਾ ਹੈ, ਉਹਦੇ ਵਿੱਚ ਦੇਵੀ ਦੀ ਪੂਜਾ ਕਰਦੇ ਹਾਂ ਵੀ ਦੇਵੀ ਨੇ ਇਹ ਕੰਮ ਕਰਿਆ। ਸਿੱਖ ਮਤ ਐਸਾ ਨਹੀਂ ਹੈ। ਸਿੱਖ ਮਤ ਇਹ ਕਹਿ ਰਿਹਾ ਹੈ, ਤੈਂ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ। ਸੱਤਾ ਤੇਰੇ ਤੋਂ ਆਈ ਹੈ ਦੇਵੀ ਕੋਲ। ਜੇ ਰਾਮ ਚੰਦਰ ਜੀ ਨੇ ਲੰਕਾ ਜਿੱਤੀ ਹੈ, ਰਾਮਾਇਣ ਦਾ ਪ੍ਰਸੰਗ ਹੈ, ਤਾਂ ਉਹ ਤੇਰੇ ਬਲ ਨਾਲ ਹੋਇਆ ਹੈ। ਤਾਂ ਇੱਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰ ਕਾਇਆ। ਸਾਡਾ ਹਿੰਦੂ ਤਬਕਾ ਕਹਿੰਦਾ ਰਾਮ ਚੰਦਰ ਜੀ ਨੇ ਲੰਕਾ ਜਿੱਤੀ ਹੈ, ਅਤੇ ਸਿੱਖ ਇਤਿਹਾਸ ਕਹਿ ਰਿਹਾ ਹੈ ਵੀ ਪਰਮਾਤਮਾ ਤੋਂ ਬਲ ਲੈ ਕੇ ਰਾਮ ਜੀ ਨੇ ਇਹ ਕੰਮ ਕਰਿਆ। ਰਾਮ ਦਾ ਬਲ ਰਾਮ ਜੀ ਤੋਂ ਆਇਆ। ਦੇਖੋ ਕਿੱਡੀ ਵਧੀਆ ਗੱਲ ਹੈ। ਬਲ ਉਸੇ ਦਾ ਚੱਲਦਾ ਹੈ, ਕੋਈ ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਹੈ। ਕੋਈ ਵੀ ਵਿਅਕਤੀ ਵਿਸ਼ੇਸ਼ ਚਾਹੇ ਕਿੱਡਾ ਵੀ ਵੱਡਾ ਹੋਵੇ, ਉਹ ਇੱਥੋਂ ਪੈਰਿਸ਼ ਹੋਇਆ, ਇੱਥੋਂ ਜਾਣਾ ਪੈਂਦਾ ਸਰੀਰਕ ਤੌਰ ਪਰ।
ਲੇਕਿਨ ਪਰਮਾਤਮਾ ਅਕਾਲ ਹੈ, ਉਹਦੇ ਸਿਰ 'ਤੇ ਕੋਈ ਕਾਲ ਨਹੀਂ, ਉਹ ਇੱਥੋਂ ਨਹੀਂ ਜਾਂਦਾ ਕਦੇ ਵੀ। ਜਿਹੜੇ ਗੁਰੂ ਸਾਹਿਬਾਨ ਹੈ ਉਹਨਾਂ ਦਾ ਸਰੀਰ ਤਾਂ ਗਿਆ ਹੈ, ਲੇਕਿਨ ਉਹ ਅਮਰ ਹੈ। ਗੁਰਬਾਣੀ ਉਹਨਾਂ ਨੂੰ ਅਮਰ ਮੰਨਦੀ ਹੈ। ਉਹ ਇਸ ਕਰਕੇ ਵੀ ਉਹਨਾਂ ਦੀ ਸਿੱਖਿਆ ਅਮਰ ਅੱਜ ਵੀ ਹੈ, ਕਿਉਂਕਿ ਡਿਵਿਨਟੀ ਕਦੇ ਮਰਦੀ ਨਹੀਂ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਪਰ ਸਰੀਰਕ ਤੌਰ ਪਰ ਤਾਂ ਸਭ ਨੂੰ ਜਾਣਾ ਪੈਂਦਾ। ਤਾਂ ਹੀ ਤਾਂ ਗੁਰੂ ਸਾਹਿਬ ਨੇ ਵਰਜਿਆ ਵੀ ਦੇਖੋ, ਸਾਨੂੰ ਰੱਬ ਨਾ ਕਹੋ, ਜੋ ਹਮਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਉਹ ਆਪਣੇ ਆਪ ਨੂੰ ਦਾਸ ਬਣ ਕੇ ਗੁਜ਼ਰੇ ਹੈ ਪਰਮਾਤਮਾ ਦਾ। ਬਹੁਤ ਨੀਵੇਂ ਨੀਵੇਂ ਵਿਸ਼ੇਸ਼ਣ ਆਪਣੇ ਨਾਲ ਲਗਾਏ ਉਹਨਾਂ ਨੇ, ਤਾਂ ਕਿ ਹਉਮੈ ਨਾ ਆਵੇ। ਸੰਸਾਰ ਦੀ ਸੋਚ ਹੋਰ ਹੈ, ਅਤੇ ਜਿਹੜੀ ਡਿਵਿਨਟੀ ਦੀ ਸੋਚ ਹੈ, ਜਿਹੜੀ ਗੁਰੂ ਸਾਹਿਬ ਨੇ ਪ੍ਰਚਾਰੀ ਹੈ, ਉਹ ਹੋਰ ਸੋਚ ਹੈ। ਤਾਂ ਕਈ ਸਾਡੇ ਸਿੱਖ ਵਿਦਵਾਨ ਜਿਨ੍ਹਾਂ ਨੇ ਪੂਰਾ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੱਡੀ ਕਰਿਆ ਵਾਚਿਆ ਹੋਇਆ, ਅਤੇ ਨਾ ਹੀ ਦਸਮ ਗ੍ਰੰਥ ਨੂੰ, ਉਹ ਗੱਲ ਇਹ ਕਹਿ ਰਹੇ ਹੈ, ਦੇਖੋ ਜੀ ਮਹਾਕਾਲ ਦੀ ਪੂਜਾ ਹੈ ਦਸਮ ਗ੍ਰੰਥ 'ਚ, ਦੇਵੀ ਦੀ ਪੂਜਾ ਹੈ, ਦੁਰਗਾ ਦੀ ਪੂਜਾ ਹੈ। ਕਿੰਨੀ ਹਾਸੋਹੀਣੀ ਗੱਲ ਹੈ। ਗੁਰੂ ਸਾਹਿਬ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਵੀ ਜ਼ਿਆਦਾ ਵਹੀਮੈਂਟਲੀ ਖੰਡਨ ਕਰਿਆ ਇਹਨਾਂ ਦਾ। ਜੇ ਉਹ ਮਹਾਕਾਲ ਦੀ ਗੱਲ ਕਰਦੇ ਆ ਤਾਂ ਮਹਾਕਾਲ ਪਰਮਾਤਮਾ ਨੂੰ ਕਹਿ ਰਹੇ ਹੈ, ਜੇ ਦੁਰਗਾ ਦੀ ਕਾਲਕਾਂ ਦੀ ਗੱਲ ਕਰ ਰਹੇ ਤਾਂ ਪਰਮਾਤਮਾ ਨੂੰ ਕਹਿ ਰਹੇ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਜ਼ਿਕਰ ਹੈ ਨਾ, ਧੰਨ ਧੰਨ ਤੂੰ ਮਾਤਾ ਦੇਵਕੀ, ਜੇ ਗ੍ਰਹਿ ਰਮਈਆ ਕਮਲਾਪਤੀ। ਮਾਤਾ ਦੇਵਕੀ ਨੂੰ ਵੀ ਧੰਨ ਧੰਨ ਕਿਹਾ ਗਿਆ ਹੈ, ਅਤੇ ਜੇ ਦੁਰਗਾ ਨੂੰ ਕਹਿ ਦਿੱਤਾ ਫਿਰ ਕਿਆ ਬੁਰਾਈ ਇਸ ਗੱਲ 'ਚ। ਦੁਰਗਾ ਦੇ ਅੰਦਰ ਵੀ ਤਾਂ ਪਰਮਾਤਮਾ ਹੈ। ਦੁਰਗਾ ਨੂੰ ਦੁਰਗਾ ਸਮਝ ਕੇ ਨਹੀਂ ਪੂਜਿਆ ਜਿਵੇਂ ਹੋ ਰਿਹਾ ਪ੍ਰਚਲਿਤ। ਦੁਰਗਾ ਦੇ ਅੰਦਰ ਸ਼ਕਤੀ ਪਰਮਾਤਮਾ ਦੀ ਆਈ ਹੈ, ਉਹਦਾ ਬਿਆਨ ਕਰਿਆ, ਔਰ ਮਾਰਕੰਡੇ ਪ੍ਰਾਣ ਦਾ ਉਹ ਹਵਾਲਾ ਦਿੱਤਾ ਉਹਨਾਂ ਨੇ। ਤੋ ਜਦੋਂ ਮਹਾਕਾਲ ਦੀ ਗੱਲ ਕਰਦੇ ਹੈ ਤਾਂ ਮਹਾਕਾਲ ਦੇਵਤੇ ਦੇ ਤੌਰ ਪਰ ਨਹੀਂ ਉਹ ਪੇਸ਼ ਕਰ ਰਹੇ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਲਗ੍ਰਾਮ ਦਾ ਜ਼ਿਕਰ ਆਉਂਦਾ, ਹਾਥ ਚੜ੍ਹਿਓ ਹਰ ਸਾਲਗ੍ਰਾਮ ਕਹੋ ਨਾਨਕ ਗੁਰ ਕੀਨੋ ਦਾਨ। ਕਿਆ ਉਹ ਸਾਲਗ੍ਰਾਮ ਦੀ ਉਪਾਸਨਾ ਦਾ ਹੁਕਮ ਕਰ ਰਹੇ? ਨਹੀਂ ਨਹੀਂ, ਪਰਮਾਤਮਾ ਨੂੰ ਸਾਲਗ੍ਰਾਮ ਕਹਿ ਰਹੇ। ਇਸ ਤਰ੍ਹਾਂ ਠਾਕਰ ਕਹਿ ਰਹੇ ਪਰਮਾਤਮਾ ਨੂੰ, ਪਰਮਾਤਮਾ ਨੂੰ ਹੀ ਅਵਤਾਰ ਕਹਿ ਰਹੇ ਹੈ, ਪਰਮਾਤਮਾ ਨੂੰ ਹੀ ਪਸ਼ੂ ਪੰਛੀ ਸਾਰਾ ਕੁਛ ਪਰਮਾਤਮਾ ਨੂੰ ਕਹਿ ਰਹੇ। ਸੂਰਜ ਚੰਦ ਵੀ ਪਰਮਾਤਮਾ ਨੂੰ ਕਹਿ ਰਹੇ, ਕਿਉਂਕਿ ਉਹਦੇ 'ਚ ਹੋਂਦ ਹੈ ਉਹਦੀ। ਉਹ ਅਗਨੀ ਨੂੰ ਦੇਵਤਾ ਸਮਝਦੇ ਆ, ਪਰ ਗੁਰਬਾਣੀਕਾਰਾਂ ਨੇ ਅਗਨੀ ਨੂੰ ਪਰਮਾਤਮਾ ਦੀ ਇੱਕ ਸ਼ਕਤੀ ਦੱਸਿਆ ਨੇਚਰ 'ਚ। ਜਿੰਨੇ ਵੀ ਦੇਵੀ ਦੇਵਤੇ ਆ ਸਭ ਪਰਮਾਤਮਾ ਦੇ ਬਿਹਾਫ ਤੋਂ ਮੰਨੇ। ਉਹਨਾਂ 'ਚ ਸ਼ਕਤੀ ਜਿਹੜੀ ਵੀ ਹੈ, ਜੇ ਇੰਦਰ ਬਾਰਿਸ਼ ਵੀ ਕਰਦਾ ਹੈ ਤਾਂ ਉਹ ਦੇਵਤਾ ਸਮਝਦੇ ਆ ਵੀ ਇਹ ਬਾਰਿਸ਼ ਦਾ ਦੇਵਤਾ। ਤਾਂ ਗੁਰਬਾਣੀ ਕਹਿੰਦੀ ਹੈ ਵੀ ਇੰਦਰ ਨੂੰ ਸ਼ਕਤੀ ਪਰਮਾਤਮਾ ਤੋਂ ਆਉਂਦੀ ਹੈ, ਕਿਰਪਾ ਪਰਮਾਤਮਾ ਦੀ ਵਰਸਦੀ ਹੁੰਦੀ ਹੈ। ਇਹ ਸਮਝਣ ਦਾ ਨਜ਼ਰੀਆ ਹੈ ਅਸਲ 'ਚ। ਜੇ ਇਸ ਤਰ੍ਹਾਂ ਸਮਝ ਆ ਜੇ, ਬੈਲੈਂਸਡ ਅਪਰੋਚ ਰੱਖ ਕੇ, ਔਰ ਹਉਮੈ ਨੂੰ ਨੀਵਾਂ ਕਰੇ ਬਿਨਾਂ ਨਹੀਂ ਇਹ ਗੱਲ ਪਰ ਬਣਨੀ ਹੈ। ਹਉਮੈ ਤਾਂ ਕੱਢਣੀ ਪੈਣੀ, ਬੁੱਧੀ ਤਾਂ ਅੰਦਰ ਤੋਂ ਹਟਾਉਣੀ ਪਊਗੀ। ਬੁੱਧੀ ਇਹ ਮੰਨਣ ਨਹੀਂ ਦਿੰਦੀ ਚੀਜ਼ਾਂ ਨੂੰ, ਕਿ ਬੁੱਧੀ ਬਾਹਰ ਦਾ ਰੂਪ ਦੇਖਦੀ, ਅੰਦਰ ਦੀ ਗੱਲ ਨਹੀਂ ਦੇਖਦੀ। ਲਿਟਰਲ ਮੀਨਿੰਗ ਗੁਰਬਾਣੀ ਦਾ ਜਦ ਆਪਾਂ ਲੈਂਦੇ ਹਾਂ ਤਾਂ ਫਿਰ ਭਟਕਦੇ ਹਾਂ। ਭਟਕਣਾ ਮੀਨਸ ਵੀ ਆਪਾਂ ਨੂੰ ਸਹੀ ਸੋਝ ਨਹੀਂ ਪੈਂਦੀ। ਦੇਖੋ ਦਸਵੇਂ ਪਾਤਸ਼ਾਹ ਨੇ ਇੱਕ ਜਗ੍ਹਾ ਲਿਖਿਆ ਜ਼ਫਰਨਾਮੇ 'ਚ, ਚਿਰਾਗੇ ਜਹਾਂ ਚੂੰ ਸ਼ੁਦੈ ਬੁਰਕਾ ਪੋਸ਼। ਚਿਰਾਗੇ ਜਹਾਂ ਸੂਰਜ ਨੂੰ ਕਿਹਾ ਹੈ, ਜਹਾਨ ਦਾ ਚਿਰਾਗ। ਹੁਣ ਚਿਰਾਗ ਕਿਆ ਹੁੰਦਾ? ਦੀਵਾ। ਇਹ ਮੈਟਾਫੋਰੀਕਲ ਸੈਂਸ ਵਿੱਚ ਵਰਤ ਲਿਆ ਨਾ ਗੱਲ। ਚਿਰਾਗੇ ਜਹਾਂ ਚੂੰ ਸ਼ੁਦੈ ਬੁਰਕਾ ਪੋਸ਼। ਬੁਰਕਾ ਪੋਸ਼ ਹੁੰਦਾ ਢੱਕ ਲੈਣਾ। ਜਦ ਰਾਤ ਨੂੰ ਸੂਰਜ ਚਲੇ ਗਿਆ, ਛਿਪ ਗਿਆ, ਉਹਨੂੰ ਬੁਰਕੇ 'ਚ ਆ ਗਿਆ ਕਹਿ ਦਿੱਤਾ ਗੁਰੂ ਸਾਹਿਬ ਨੇ, ਚੂੰ ਸ਼ੁਦੈ ਬੁਰਕਾ ਪੋਸ਼। ਸ਼ਹੇ ਸ਼ਬ ਬਰਾਮਦੈ ਮਾਹ ਜਲਵਾ ਜੋਸ਼। ਮਾਹ ਚੰਦਰਮਾ ਨੂੰ ਕਹਿੰਦੇ। ਫਿਰ ਰਾਤ ਨੂੰ ਚੰਦਰਮਾ ਜਲਵਾ ਜੋਸ਼, ਯਾਨੀ ਪੂਰੇ ਜੋਸ਼ ਦੇ ਨਾਲ ਚਮਕ ਰਿਹਾ ਸੀਗਾ ਰਾਤ ਦੇ ਸਮੇਂ 'ਚ। ਇਹ ਉਦੋਂ ਦੀ ਗੱਲ ਹੈ ਜਦੋਂ ਚਮਕੌਰ ਸਾਹਿਬ ਦੇ ਜੰਗ ਦੇ ਵਿੱਚੋਂ ਗੁਰੂ ਸਾਹਿਬ ਰਾਤ ਨੂੰ ਨਿਕਲੇ, ਉਦੋਂ ਦਾ ਉਹ ਜ਼ਿਕਰ ਕਰ ਰਹੇ ਜ਼ਫਰਨਾਮੇ ਦੇ ਵਿੱਚ। ਤਾਂ ਹੁਣ ਸੂਰਜ ਨੂੰ ਬੁਰਕਾ ਪੋਸ਼ ਕਹਿ ਦੇਣਾ ਵੀ ਉਹਨੇ ਬੁਰਕਾ ਪਾ ਲਿਆ, ਛਿਪਣੇ ਦੀ ਗੱਲ ਹੈ। ਇਹ ਹੈ ਜਿਹੜੀ ਗੁਰਬਾਣੀ ਨੂੰ ਸਮਝਣ ਵਾਲੀ ਬਾਤ ਹੈ। ਇਸ ਤਰ੍ਹਾਂ ਇਹ ਲਿਟਰਲ ਮੀਨਿੰਗ ਨਹੀਂ ਲੈਣਾ ਹੁੰਦਾ ਇਹਨਾਂ ਦਾ। ਬੁਰਕਾ, ਸੂਰਜ ਨੂੰ ਬੁਰਕਾ ਕੌਣ ਪਾਊ ਕੱਪੜੇ ਦਾ? ਗੱਲ ਸਮਝਣ ਦੀ ਹੈ। ਜਿਹੜਾ ਅੰਦਰੂਨੀ ਭਾਵ ਹੈ ਉਹ ਲੈਣਾ ਹੈ, ਛਿਪਣ ਤੋਂ ਮੁਰਾਦ ਹੈ ਬਸ।
ਔਰ ਚਿਰਾਗੇ ਜਹਾਂ ਕਹਿਣਾ, ਇਹ ਗੁਰਬਾਣੀ 'ਚ ਵੀ ਹੈ ਐਸੀ ਬਾਤ। ਵਿਸ਼ਵ ਕਾ ਦੀਪਕ ਸੁਆਮੀ, ਗਰੜ ਪੰਖੀ ਰਾਏ ਤਾਂਚੇ ਬੰਧਵਾ, ਭਗਤ ਲੋਚਨ ਜੀ ਦੇ ਸ਼ਬਦਾਂ 'ਚ ਆਉਂਦਾ ਹੈ। ਵਿਸ਼ਵ ਦਾ ਦੀਪਕ ਸੁਆਮੀ ਸੂਰਜ ਨੂੰ ਕਿਹਾ ਗਿਆ। ਕਰਮ ਕਰ ਅਰੁਣ ਪਿੰਗਲਾਰੀ, ਜਿਹਦਾ ਦੇਵਤਾ, ਜਿਹਦੇ ਕੋਲ ਦੋ ਦੇਵਤਿਆਂ ਦਾ ਮਾਣ ਹੋਵੇ, ਸਾਰੇ ਸ੍ਰਿਸ਼ਟੀ ਦਾ ਮਾਲਕ ਦੀਵਾ ਸੂਰਜ, ਉਹਦਾ ਰਥਵਾਰਥੀ ਹੋਵੇ, ਉਹ ਰਥ ਚਲਾਉਣ ਵਾਲਾ। ਅਤੇ ਗਰੜ ਰਾਏ, ਗਰੜ ਹੈ ਜਿਹੜਾ ਪੰਖੀਆਂ ਦਾ ਰਾਜਾ, ਉਹ ਉਹਦਾ ਚਚੇਰਾ ਭਾਈ ਹੋਵੇ। ਦੋ ਦੇਵਤਿਆਂ ਦਾ ਮਾਣ ਹੋਵੇ, ਫਿਰ ਵੀ ਅਰੁਣ ਲੰਗੜਾ ਹੈ ਪਿਛਲੇ ਕਰਮਾਂ ਕਰਕੇ, ਭੰਬੀਰੀ ਦੀਆਂ ਟੰਗਾਂ 'ਚ ਸੂਲ ਮਾਰਤੀ ਸੀ ਉਹਨੇ। ਮਿਥਿਹਾਸ ਹੈ। ਇਸ ਤਰੀਕੇ ਨਾਲ ਗੁਰਬਾਣੀ ਜੇ ਸਮਝਾਂਗੇ, ਫਿਰ ਕਦੇ ਵੀ ਮਨ ਵਿੱਚ ਦੁਬਿਧਾ ਨਹੀਂ ਪੈਦਾ ਹੁੰਦੀ। ਗੁਰਬਾਣੀ ਦੀ ਜਿਹੜੀ ਲਿਟਰਲ ਮੀਨਿੰਗ ਹੈ ਉਹ ਨਹੀਂ ਲੈਣੀ, ਉਹਦੇ ਪਿੱਛੇ ਜਿਹੜੀ ਗੱਲ ਹੈ, ਬਿਹਾਈਂਡ ਦਾ ਲਾਈਨ, ਬਿਟਵੀਨ ਦਾ ਲਾਈਨਸ, ਜਾਂ ਕਹੋ ਵੀ ਉਹਦਾ ਜੋ ਸਮੁੱਚਾ ਅੰਦਰੂਨੀ ਡਿਵਾਈਨ ਭਾਵ ਹੈ, ਉਹ ਲੈਣਾ ਹੈ। ਚੇਤਤ ਨਿਕਸਿਓ ਨੀਰ, ਸੋ ਜਲ ਨਿਰਮਲ ਕਥਤ ਕਬੀਰ। ਕਹਿੰਦੇ ਚੇਤਦਿਆਂ ਯਾਦ ਕਰਦਿਆਂ ਨੀਰ ਪ੍ਰਗਟ ਹੋ ਗਿਆ, ਨਿਕਸਿਓ ਨੀਰ। ਪਰ ਉਹ ਨੀਰ ਸੋ ਜਲ ਨਿਰਮਲ ਕਥਤ ਕਬੀਰ, ਕਬੀਰ ਜੀ ਕਹਿ ਰਹੇ ਉਹ ਬੜਾ ਨਿਰਮਲ ਜਲ ਹੈ। ਹੁਣ ਚੇਤਾ ਕਰਦਿਆਂ ਪਾਣੀ ਕਿੱਥੋਂ ਪੈਦਾ ਹੋ ਗਿਆ? ਇਹ ਮੈਟਾਫੋਰੀਕਲ ਸੈਂਸ ਹੈ ਵੀ ਅੰਦਰ ਨਾਮ ਪੈਦਾ ਹੋ ਗਿਆ। ਨਾਮ ਨੂੰ ਨੀਰ ਦੇ ਨਾਲ ਤੁਲਨਾ ਦਿੱਤੀ ਹੋਈ ਹੈ। ਇਹ ਹੈ ਜਿਹੜਾ ਅਸਲ 'ਚ ਮੀਨਿੰਗ ਜੇ ਸਮਝੀਏ ਆਪਾਂ ਗੁਰਬਾਣੀ ਨੂੰ, ਜੇ ਸਮਝਣਾ ਹੈ, ਜਿਵੇਂ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਇਸ ਤਰੀਕੇ ਨਾਲ ਅਗਰ ਸਮਝਾਂਗੇ, ਫਿਰ ਮੁੜ ਕੇ ਨਹੀਂ ਕਦੇ ਭਟਕਣਾ ਹੋਏਗੀ, ਕਦੇ ਵੀ। ਫਿਰ ਤਾਂ ਅੰਦਰ ਗਹਿਰਾਈ 'ਚ ਉਤਰ ਜਾਏਗੀ ਗੱਲ, ਵੀ ਜੋ ਗੁਰਬਾਣੀ ਆਪਾਂ ਨੂੰ ਸੰਦੇਸ਼ ਦੇ ਰਹੀ ਹੈ, ਉਪਦੇਸ਼ ਦੇ ਰਹੀ ਹੈ, ਉਹ ਗੱਲ ਪਕੜ ਲਾਂਗੇ। ਨਹੀਂ ਜੇ ਬਾਹਰ ਦੀ ਗੱਲ ਪਕੜਾਂਗੇ, ਫਿਰ ਨਹੀਂ, ਫਿਰ ਉਹਨੇ ਦੂਜੀ ਜਗ੍ਹਾ ਬਦਲ ਜਾਣਾ ਗੱਲ ਨੇ। ਤਾਂ ਚਲੋ ਦਿਓ ਆਗਿਆ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।